मन मेरे तिन की ओट लेहे, मन तन अपना तिन जन देहे। मन मेरे तिन की ओट लेहे, मन तन अपना तिन जन दे। जिन जन अपना प्रभु पछाता, सो जन सर्ब थोक का दाता। तिसकी शरण सर्ब सुख पावे, तिसकै दर्श सब पाप मिटावे। अवर सियानप सगली छाड़, तिस जन की तू सेवा लाग। आवन जान ना होवी तेरा, नानक तिस जन के पूजो सद पैरा। आवन जान ना होवी तेरा, नानक तिस जन के पूजो सद पैरा। गुरु रूप गुरु प्यारी साध संगत जीओ, निमाणिਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਠ, ਨਿਆਸਰਿਆਂ ਦੇ ਆਸਰੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਬਾਪੂ ਜੀ ਦੇ ਪਾਵਨ ਚਰਨ ਕਮਲਾਂ ਦਾ ਆਓ ਜੀ ਨਿੱਘਾ ਓਟ ਆਸਰਾ ਤੱਕੀਏ ਅਤੇ ਆਪਣੀ ਹਾਜ਼ਰੀ ਦਸ਼ਮੇਸ਼ ਪਾਤਸ਼ਾਹ ਜੀ ਦੀ ਅਸੀਸ ਬਖਸ਼ੀਸ਼ ਗੁਰੂ ਫਤਿਹ ਦੇ ਦੁਆਰਾ ਸਤਿਗੁਰੂ ਦੇ ਚਰਨਾਂ ਵਿੱਚ ਲਵਾਈਏ। ਗੱਜ ਵੱਜ ਕੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ 17ਵੀਂ ਅਸ਼ਟਪਦੀ ਦੀ ਅਖੀਰਲੀ 8ਵੀਂ ਪੌੜੀ ਦੇ ਵਿੱਚ ਜਿਹੜੀ ਕਮਾਲ ਦੀ ਗੱਲ ਕਹੀ ਹੈ, ਉਹਨੂੰ ਮੈਂ ਦੋ ਹਿੱਸਿਆਂ ਵਿੱਚ ਵੰਡਾਂਗਾ। ਜਿਹੜਾ ਪਹਿਲਾ ਹਿੱਸਾ ਹੈ ਉਹਦੇ ਵਿੱਚ ਸਤਿਗੁਰੂ ਨੇ ਰੱਬ ਦੇ ਉਸ ਪਿਆਰੇ ਦੀ ਗੱਲ ਕੀਤੀ ਹੈ ਜਿਹੜਾ ਅੰਦਰੋਂ ਅਤੇ ਬਾਹਰੋਂ ਮਾਲਕ ਨਾਲ ਜੁੜਿਆ ਹੋਇਆ ਹੈ, ਤੇ ਨਾਲ ਦੀ ਨਾਲ ਉੱਥੇ ਇਹ ਵੀ ਕਿਹਾ ਗਿਆ ਵੀ ਉਹ ਸਰਬ ਕਲਾ ਸਮਰੱਥ ਦਾਤੇ ਨਾਲ ਜੁੜ ਕੇ ਉਹਦੇ ਅੰਦਰ ਵੀ ਦਾਤੇ ਵਰਗਾ ਸੁਭਾਅ ਬਣ ਜਾਂਦਾ ਹੈ। ਅਗਲੇ ਕਨਸੈਪਟ ਦੇ ਵਿੱਚ ਸਤਿਗੁਰੂ ਨੇ ਇਹ ਸਮਝਾਇਆ ਕਿ ਮਨਾ ਆਪਾਂ ਇੱਦਾਂ ਕਰਨਾ ਕਿ ਸਾਨੂੰ ਨਾ ਲੋਕਾਂ ਦੇ ਆਸਰੇ ਦੀ ਲੋੜ ਨਾ ਪਵੇ। ਕੁਛ ਇਸ ਤਰ੍ਹਾਂ ਦੀ ਪਲੈਨਿੰਗ ਕਰ ਆਪਣੀ ਜ਼ਿੰਦਗੀ ਦੀ ਕਿ ਤੂੰ ਉਹਨਾਂ ਲੋਕਾਂ ਦਾ ਮੰਗਤਾ ਨਾ ਬਣ ਜਿਹੜੇ ਆਪ ਮੰਗਤੇ ਹੈ। ਤੂੰ ਉਹਨਾਂ ਦੇ ਸਾਹਮਣੇ ਜਾ ਕੇ ਪੱਲਾ ਨਾ ਅੱਡ ਜਿਨ੍ਹਾਂ ਦਾ ਆਪਣਾ ਕੋਈ ਪੱਲਾ ਨਹੀਂ ਆ। ਤੂੰ ਉਹਦੇ ਸਾਹਮਣੇ ਜਾ ਕੇ ਆਪਣੀ ਫਰਿਆਦ ਨਾ ਰੱਖ ਜਿਹੜੇ ਕੱਲ੍ਹ ਨੂੰ ਤੇਰੀ ਖਿੱਲੀ ਉਡਾਉਣ। ਪਿਆਰਿਆ, ਤੂੰ ਉਹਦੇ ਨਾਲ ਜੁੜ ਜਾ ਜਿਹੜੇ ਜੁੜੇ ਹੋਏ ਨੇ। ਉਹਦੇ ਨਾਲ ਜੁੜ ਜਿਹੜੇ ਦਾਤੇ ਨਾਲ ਜੁੜ ਕੇ ਦਾਤੇ ਬਣ ਚੁੱਕੇ ਨੇ। ਜਿਵੇਂ ਦਾਤੇ ਦਾ ਸੁਭਾਅ ਹੈ, ਪੜਦੇ ਕੱਜਦਾ ਹੈ, ਡੁੱਬਦਿਆਂ ਦੀ ਲਾਜ ਰੱਖਦਾ ਹੈ, ਨਿਮਾਣਿਆਂ ਨੂੰ ਮਾਣ ਦਿੰਦਾ ਹੈ, ਨਿਰਗੁਣ ਹਾਰਿਆਂ ਨੂੰ ਗੁਣ ਦਿੰਦਾ ਹੈ। ਇਸ ਤਰ੍ਹਾਂ ਜਿਹੜੇ ਉਹਦੇ ਨਾਲ ਜੁੜ ਜਾਂਦੇ ਨੇ ਉਸ ਤਰ੍ਹਾਂ ਦੀ ਬਣ ਜਾਂਦੇ ਨੇ। ਇੱਥੇ ਸਤਿਗੁਰੂ ਨੇ ਇੱਕ ਸਮਾਜਿਕ ਪੱਧਰ ਦਾ ਜੀਵਨ ਸਾਨੂੰ ਦਿੱਤਾ ਹੈ। ਸਤਿਗੁਰੂ ਨੇ ਇਹ ਗੱਲ ਕਹੀ ਹੈ ਵੀ ਆਪਾਂ ਜਿਨ੍ਹਾਂ ਦੀ ਸੰਗਤ ਕਰਾਂਗੇ ਉਹਨਾਂ ਦੇ ਗੁਣ ਸਾਡੇ ਵਿੱਚ ਪ੍ਰਵੇਸ਼ ਕਰਨਗੇ। ਤੇ ਕਿਉਂ ਨਾ ਅਸੀਂ ਸੰਗਤ ਚੰਗੇ ਇਨਸਾਨਾਂ ਦੀ ਕਰੀਏ, ਕਿਉਂ ਨਾ ਅਸੀਂ ਸੰਗਤ ਭਲੇ ਪੁਰਸ਼ਾਂ ਦੀ ਕਰੀਏ, ਕਿਉਂ ਨਾ ਅਸੀਂ ਸੰਗਤ ਰੰਗ ਰੱਤਿਆਂ ਦੀ ਕਰੀਏ। ਮਾੜਿਆਂ ਦੀ ਸੰਗਤ ਕਰੋਗੇ ਤੇ ਮਾੜਾ ਹੀ ਜੀਵਨ ਬਣਨਾ। ਇੱਕ ਵਿਦਵਾਨ ਸੱਜਣ ਨੇ ਆਪਣੀ ਹੱਡ ਬੀਤੀ ਵਿੱਚ ਲਿਖਿਆ ਵੀ ਮੈਂ ਬਹੁਤ ਛੋਟਾ ਜਿਹਾ ਸੀ ਜਦੋਂ ਮੇਰੇ ਉੱਤੇ ਇੱਕ ਸਾਧੂ ਦਾ ਪ੍ਰਭਾਵ ਪੈ ਗਿਆ ਜੋ ਕਿ ਹਿੰਦੂ ਮਤ ਦੇ ਨਾਲ ਸੰਬੰਧਿਤ ਸੀ। ਜਦੋਂ ਮੈਂ ਉਹਦਾ ਰੂਪ ਰੰਗ ਵੇਖਿਆ, ਉਹਦਾ ਚਾਲ ਚਲਣ ਵੇਖਿਆ ਤੇ ਮੇਰੇ ਉੱਤੇ ਉਹਦਾ ਬੜਾ ਪ੍ਰਭਾਵ ਪਿਆ, ਜਦ ਕਿ ਮੈਂ ਬਹੁਤ ਛੋਟਾ ਸੀ। ਤੇ ਮੈਂ ਸਭ ਕੁਝ ਛੱਡ ਛਡਾ ਕੇ ਉਹਦੇ ਪਿੱਛੇ ਪਿੱਛੇ ਚੱਲਣਾ ਸ਼ੁਰੂ ਹੋ ਗਿਆ। ਪਰ ਇੱਕ ਦਿਨ ਜਦੋਂ ਮੈਂ ਉਹਨੂੰ ਸਿਗਰਟਾਂ ਪੀਂਦੇ ਹੋਏ ਦੇਖਿਆ, ਮੂੰਹ 'ਚੋਂ ਧੂੰਆਂ ਕੱਢਦੇ ਹੋਏ ਦੇਖਿਆ, ਤਾਂ ਮੇਰੇ ਮਨ ਨੇ ਉਸੇ ਟਾਈਮ ਹੀ ਬਦਲਾਅ ਲੈ ਲਿਆ।
ਮੈਨੂੰ ਗੁਰੂ ਦੀ ਗੱਲ ਯਾਦ ਆ ਗਈ, ਕਿਉਂਕਿ ਸਤਿਗੁਰੂ ਨੇ ਆਪਣੀ ਬਾਣੀ ਦੇ ਵਿੱਚ ਨਸ਼ਾ ਪੀਣ ਵਾਲਿਆਂ ਨੂੰ ਦੁਰਕਾਰਿਆ। ਸਤਿਗੁਰੂ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਨਸ਼ਈਆਂ ਨੂੰ ਜਗ੍ਹਾ ਨਹੀਂ ਦਿੱਤੀ ਹੈ, ਮਨਾ ਕੀਤਾ ਵੀ ਨਸ਼ਾ ਨਹੀਂ ਕਰਨਾ। ਤੇ ਉਸੇ ਟਾਈਮ ਮੇਰੇ ਮਨ ਵਿੱਚ ਇਹ ਗੱਲ ਆਈ ਕਿ ਜਿਹੜਾ ਆਪ ਨਸ਼ੇ ਦੀ ਦਲਦਲ 'ਚ ਫਸਿਆ, ਨਸ਼ੇ ਦਾ ਗੁਲਾਮ ਹੈ, ਉਹ ਤੁਹਾਨੂੰ ਆਜ਼ਾਦ ਕਿਵੇਂ ਕਰਾਏਗਾ। ਬਸ ਉਹ ਨਾਲ ਦੀ ਨਾਲ ਮਨ ਬਦਲ ਗਿਆ ਵੀ ਜੇ ਮੈਂ ਸੰਗਤ ਇਹੋ ਜਿਹੇ ਬੰਦੇ ਦੀ ਕਰਾਂਗਾ ਤੇ ਮੈਨੂੰ ਵੀ ਨਸ਼ਈ ਬਣਾਏਗਾ, ਮੈਨੂੰ ਵੀ ਨਸ਼ਈ ਬਣਾਏਗਾ। ਜੇ ਮੈਂ ਸੰਗਤ ਇਹੋ ਜਿਹੇ ਘਟੀਆ ਬੰਦੇ ਦੀ ਕਰਾਂਗਾ, ਮੇਰੇ ਮੂੰਹ ਦੇ ਵਿੱਚ ਵੀ ਇਹ ਸਿਗਰਟਾਂ ਹੀ ਤੁੰਨੇਗਾ। ਤੇ ਅੱਜ ਲਾਹਨਤ ਉਹਨਾਂ ਲੋਕਾਂ ਤੇ ਜਿਹੜੇ ਆਪਣੇ ਘਰ ਆਪਣੇ ਗੁਰੂ ਨੂੰ ਛੱਡ ਕੇ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਤੇ ਉਹਨਾਂ ਪੀਰਾਂ ਫਕੀਰਾਂ ਦੇ ਨਕਲੀ ਚੇਲਿਆਂ ਦੇ ਪਿੱਛੇ ਤੁਰੇ ਫਿਰਦੇ ਨੇ, ਜਿਹੜੇ ਮੂੰਹ ਦੇ ਵਿੱਚ ਇੰਨੀਆਂ ਮੁੱਠ ਸਿਗਰਟਾਂ ਪਾ ਕੇ ਪੀ ਰਹੇ ਹੁੰਦੇ ਨੇ। ਤੇ ਸਾਡੇ ਲੋਕ ਜੀ ਇਹ ਮਸਤ ਹੈ ਜੀ, ਮਸਤ ਹੈ, ਲਾਹਨਤੀ ਬਿਲਕੁਲ। ਉੱਥੇ ਸਾਡੀਆਂ ਧੀਆਂ, ਸਾਡੀਆਂ ਭੈਣਾਂ, ਸਾਡੇ ਬੱਚੇ ਜਾ ਕੇ ਮੇਲਿਆਂ ਦੇ ਸ਼ਕਲ ਦੇ ਵਿੱਚ ਆਏ ਜੀ ਉੱਥੇ ਫਲਾਣੇ ਗਾਇਕ ਨੇ ਆਉਣਾ, ਫਲਾਣੇ ਗਾਇਕ ਨੇ ਆਉਣਾ, ਉੱਥੇ ਜਾ ਕੇ ਉਹਨਾਂ ਨੂੰ ਸੁਣ ਰਹੇ ਹੁੰਦੇ ਨੇ। ਗਾਇਕਾਂ ਨੇ ਉਹਨਾਂ ਨੂੰ ਸਪੋਰਟ ਕੀਤਾ, ਉਹਨਾਂ ਨੇ ਗਾਇਕਾਂ ਨੂੰ ਸਪੋਰਟ ਕੀਤਾ। ਵਿਚਕਾਰ ਜਿਹੜੀ ਜਵਾਨੀ ਸੀ ਉਹ ਗਰਕ ਹੋ ਗਈ। ਸਤਿਗੁਰ ਨੇ ਕੀ ਕਿਹਾ ਪਿਆਰਿਆ, ਜਦੋਂ ਤੂੰ ਸੰਗਤ ਕਰਨੀ ਨਾ ਇਹ ਸੋਚ ਕੇ ਕਰੀ, ਜਦੋਂ ਤੂੰ ਸੰਗਤ ਕਰਨੀ ਹੈ ਸੋਚ ਕੇ ਕਰੀ, ਕਿਉਂਕਿ ਜੇ ਮਾੜੇ ਦੀ ਸੰਗਤ ਕਰੇਗਾ ਤੇਰੇ ਉੱਤੇ ਮਾੜਾ ਅਸਰ ਹੋਏਗਾ। ਇਸ ਲਈ ਕਿਸੇ ਨੂੰ ਮੱਥਾ ਟੇਕਣ ਤੋਂ ਪਹਿਲਾਂ ਸੋਚ ਲਵੀਂ ਕਿਹਨੂੰ ਟੇਕ ਰਿਹਾ। ਆ ਜਿਹੜੇ ਲੋਕ ਗੁੱਗੇ ਦੀ ਪੂਜਾ ਕਰਦੇ ਫਿਰਦੇ, ਜਿਹੜਾ ਸੱਪ ਹੈ, ਮੈਨੂੰ ਇਹ ਨਹੀਂ ਸਮਝ ਲੱਗਦੀ ਜਦੋਂ ਉਹ ਸੱਪ, ਜਦੋਂ ਉਹ ਗੁੱਗਾ ਸਾਡੇ ਕਮਰੇ ਵਿੱਚੋਂ ਬਾਹਰ ਨਿਕਲ ਆਵੇ, ਕਦੇ ਪੇਟੀ ਦੇ ਪਿੱਛੋਂ, ਕਦੇ ਅਲਮਾਰੀ ਦੇ ਪਿੱਛੋਂ, ਕਦੇ ਬੈੱਡ ਦੇ ਥੱਲਿਓਂ, ਫਿਰ ਸਾਰਾ ਟੱਬਰ ਅੱਗੇ ਹੁੰਦਾ, ਗੁੱਗਾ ਸਾਡੇ ਪਿੱਛੇ ਹੁੰਦਾ। ਫਿਰ ਆਪਾਂ ਡਾਂਗਾਂ ਸੋਟੇ ਚੱਕ ਕੇ ਗੁੱਗੇ ਨੂੰ ਮਾਰਨ ਟੱਕਰੇ ਹੁੰਦੇ ਵੀ ਇਹ ਮਾਰ ਦਈਏ ਆਪਾਂ ਨੂੰ। ਜਿਹਦੀ ਪੂਜਾ ਕਰਦੇ ਹੋ ਉਹਨੂੰ ਹੁਣ ਘਰ ਦੇ ਵਿੱਚ ਰੱਖੋ, ਰੱਖਦੇ ਕਿਉਂ ਨਹੀਂ? ਪਰ ਨਹੀਂ, ਉੱਥੇ ਆਪਾਂ ਉਹਨੂੰ ਮਾਰਦੇ ਹਾਂ। ਇਹ ਸਾਡੀ ਮੂਰਖਤਾ ਹੈ। ਅਸੀਂ ਜਿਹਦੀ ਪੂਜਾ ਕਰ ਰਹੇ ਹਾਂ, ਆਪਾਂ ਇਹ ਨਹੀਂ ਸੋਚ ਰਹੇ ਪੂਜਾ ਕਿਹਦੀ ਆਪਾਂ ਕਰ ਰਹੇ ਹਾਂ, ਕਿਹਨੂੰ ਆਪਾਂ ਪੂਜ ਰਹੇ ਹਾਂ। ਔਰ ਹੈਰਾਨੀ ਇਸ ਚੀਜ਼ ਦੀ ਹੈ, ਅਸੀਂ ਸੰਗਤ ਉਹਨਾਂ ਲੋਕਾਂ ਦੀ ਕਰ ਰਹੇ ਹਾਂ ਜਿਹੜੇ ਆਪ ਗਿਰੇ ਹੋਏ ਹੈ, ਜਿਨ੍ਹਾਂ ਦਾ ਆਪਣਾ ਕੋਈ ਕਰੈਕਟਰ ਨਹੀਂ, ਜਿਨ੍ਹਾਂ ਦਾ ਆਪਣਾ ਕੋਈ ਜੀਵਨ ਨਹੀਂ। ਇੱਕ ਗੁਰਦੁਆਰਾ ਹੈ ਬਾਬਾ ਕਾਹਨਦਾਸ ਦੇ ਨਾਮ ਉੱਤੇ, ਜਦੋਂ ਤੁਸੀਂ ਲੋਹੀਆਂ ਨੂੰ ਜਾਂਦੇ ਹੋ, ਜਲੰਧਰ ਦੇ ਕੋਲ ਹੀ ਪਿੰਡ ਹੈ, ਪੈਂਦਾ ਹੈ, ਰਸਤੇ ਦੇ ਵਿੱਚ ਆਉਂਦਾ ਹੈ ਬਾਬਾ ਕਾਹਨਦਾਸ ਦਾ ਗੁਰਦੁਆਰਾ। ਮੈਂ ਹੈਰਾਨ ਹਾਂ, ਉੱਥੇ ਸ਼ਰਾਬ ਚੜ੍ਹਦੀ ਹੈ। ਇੱਕ ਪਾਸੇ ਗੁਰਦੁਆਰਾ ਬਣਾ ਦਿੱਤਾ ਗਿਆ, ਹੁਣ ਛੋਟੀ ਜੀ ਵਿਚਕਾਰ ਦੀਵਾਰ ਲਾ ਕੇ ਇੱਕ ਸਾਈਡ ਤੇ ਸ਼ਰਾਬ ਵਾਲਾ ਕੰਮ ਵੀ ਖੋਲ੍ਹਿਆ ਗਿਆ, ਉੱਥੇ ਸ਼ਰਾਬ ਚੜ੍ਹਦੀ ਹੈ। ਆਖੇ ਜੀ ਬਾਬਾ ਕਾਹਨਦਾਸ ਸ਼ਰਾਬੀ ਸਨ ਔਰ ਸ਼ਰਾਬ ਪਸੰਦ ਕਰਦੇ ਸੀ, ਲੋਕ ਉੱਥੇ ਸ਼ਰਾਬਾਂ ਚੜ੍ਹ ਕੇ ਆਉਂਦੇ। ਮਾਝੇ ਦੇ ਵਿੱਚ ਇੱਕ ਜਗ੍ਹਾ ਹੈ ਰੋਡੇ ਸ਼ਾਹ ਦੀ, ਉੱਥੇ ਵੀ ਸ਼ਰਾਬ ਚੜ੍ਹਦੀ ਹੈ। ਜਿੱਥੇ ਸ਼ਰਾਬਾਂ ਚੜ੍ਹਦੀਆਂ ਉੱਥੇ ਤਾਂ ਆਪਾਂ ਗੁਰਦੁਆਰੇ ਤਿਆਰ ਕੀਤੇ ਹੋਏ ਆ। ਔਰ ਹੈਰਾਨੀ ਦੀ ਇਹ ਗੱਲ ਹੈ ਕਿ ਉਹ ਸਿੱਖ ਹੀ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਨ ਵਾਲੇ ਹੈ। ਔਰ ਕਈ ਵਾਰ ਕਿੰਨੀਆਂ ਮੌਤਾਂ ਹੁੰਦੀਆਂ ਨੇ, ਜਿਹੜੇ ਆਪ ਸ਼ਰਾਬਾਂ ਕਬਾਬਾਂ ਦੇ ਇਹੋ ਜਿਹੇ ਨਸ਼ਿਆਂ 'ਚ ਦਲਦਲਾਂ 'ਚ ਫਸੇ ਹੋਏ ਨੇ, ਉਹਨਾਂ ਨੇ ਤੁਹਾਡਾ ਕੀ ਪਾਰ ਉਤਾਰਾ ਕਰਨਾ। ਪਰ ਨਹੀਂ, ਅਸੀਂ ਮੂਰਖਤਾ ਦੇ ਵਿੱਚ ਪਏ ਹੋਏ ਹਾਂ। ਅਸੀਂ ਕਾਹਨਦਾਸ ਵਰਗਿਆਂ ਨੂੰ ਵੀ ਰੱਬ ਬਣਾ ਮਾਰਿਆ, ਜਿਹੜੇ ਸ਼ਰਾਬੀ ਸਨ ਉਹਨਾਂ ਦੇ ਨਾਮ ਉੱਤੇ ਤਾਂ ਆਪਾਂ ਗੁਰਦੁਆਰੇ ਖੋਲ੍ਹੇ ਆ। ਫਿਰ ਕਹਿੰਦੇ ਜੀ ਬੋਲਦੇ ਕਿਉਂ ਆ? ਜਿਹੜੇ ਸ਼ਰਾਬੀ ਸਨ ਉਹਨਾਂ ਦੇ ਨਾਮ ਉੱਤੇ ਵੀ ਆਪਾਂ ਗੁਰਦੁਆਰੇ ਖੋਲ੍ਹੇ, ਕਮਾਲ ਹੈ। ਸਾਨੂੰ ਬਾਬਾ ਬੁੱਢਾ ਸਾਹਿਬ ਕਿੱਦਾਂ ਭੁੱਲੀ ਜਾਂਦਾ, ਸਾਨੂੰ ਭਾਈ ਮਨੀ ਸਿੰਘ, ਭਾਈ ਮਤੀ ਦਾਸ ਕਿੱਦਾਂ ਭੁੱਲੀ ਜਾਂਦੇ, ਬਾਕੀ ਜਿਹੜੇ ਗੁਰਸਿੱਖ ਕਿੱਦਾਂ ਭੁੱਲੀ ਜਾਂਦੇ। ਆਪਾਂ ਚੰਗੇ ਪਾਸੇ ਜਾਣ ਦੀ ਬਜਾਏ ਮਾੜੇ ਪਾਸੇ ਜਾ ਰਹੇ ਹਾਂ, ਉਧਰ ਆਪਾਂ ਜਾਣਾ ਪਸੰਦ ਕਰਦੇ। ਸੋ ਜੇ ਸੰਗਤ ਕਰਨੀ ਹੈ, ਗੁਰੂ ਅਰਜਨ ਸਾਹਿਬ ਕਹਿੰਦੇ ਪਿਆਰਿਆ ਚੰਗੇ ਦੀ ਕਰੀ, ਕਿਉਂਕਿ ਚੰਗੇ ਦੀ ਸੰਗਤ ਕਰਨ ਨਾਲ ਤੇਰੇ ਅੰਦਰ ਚੰਗਿਆਈ ਆਏਗੀ। ਹੁਣ ਆਪਾਂ ਛੋਟੇ ਬੱਚਿਆਂ ਨੂੰ ਚੰਗੇ ਸਕੂਲ 'ਚ ਪਾਉਂਦੇ ਹਾਂ, ਕਿਉਂ ਪਾਉਂਦੇ ਹਾਂ? ਵੀ ਉੱਥੇ ਸੁਸਾਇਟੀ ਚੰਗੀ ਹੋਏਗੀ। ਆਪਾਂ ਦੇਖਦੇ ਨਾ ਪਹਿਲਾਂ ਵੀ ਜਿਹੜੇ ਸਕੂਲ 'ਚ ਬੱਚੇ ਪਾ ਰਹੇ ਆ, ਉਸ ਸਕੂਲ 'ਚ ਕਿਸ ਲੈਵਲ ਦੇ ਬੱਚੇ ਆ ਰਹੇ ਨੇ, ਕਿਸ ਲੈਵਲ ਦੇ ਲੋਕ ਆ ਰਹੇ ਨੇ, ਫਿਰ ਆਪਾਂ ਬੱਚੇ ਪੜ੍ਹਾਉਂਦੇ ਹਾਂ ਵੀ ਸਾਡੇ ਬੱਚਿਆਂ ਨੂੰ ਚੰਗੀ ਸੰਗਤ ਮਿਲੇ। ਆਪਾਂ ਕਹਿੰਦੇ ਸਾਡੇ ਬੱਚੇ ਚੰਗੀ ਸੰਗਤ ਵਿੱਚ ਬੈਠਣ, ਤੇ ਆਪਾਂ ਕਿਉਂ ਨਹੀਂ ਇਹ ਸੋਚਦੇ ਵੀ ਸਾਡੇ ਬੱਚੇ ਜਿੱਥੇ ਮਰਜ਼ੀ ਜਾਣ। ਆਪਾਂ ਚੰਗਾ ਸੋਚਦੇ ਹਾਂ ਨਾ ਵੀ ਚੰਗੀ ਸੰਗਤ ਮਿਲੇਗੀ, ਸਾਡੇ ਬੱਚਿਆਂ ਦਾ ਜੀਵਨ ਚੰਗਾ ਬਣੇਗਾ। ਗੁਰੂ ਵੀ ਇਹੀ ਚਾਹੁੰਦਾ ਹੈ ਕਿ ਸਿੱਖਾ ਸਤ ਸੰਗਤ ਚਟਸਾਲ ਹੈ, ਜੇ ਤੁਹਾਰ ਗੁਣ ਸਿੱਖਾ। ਗੁਰੂ ਦੀ ਸੰਗਤ ਵਿੱਚ ਬਹੇਗਾ ਤੇ ਤੈਨੂੰ ਕੁਝ ਸਿੱਖਿਆ ਮਿਲੇਗੀ। ਇਹ ਸਕੂਲ ਹੈ, ਇੱਥੇ ਕੁਝ ਤੈਨੂੰ ਸਿੱਖਣ ਲਈ ਮਿਲੇਗਾ। ਚੰਗਿਆਂ ਦੀ ਸੰਗਤ ਕਰੇਗਾ ਚੰਗਾ ਸਿੱਖੇਗਾ, ਮਾੜਿਆਂ ਦੀ ਸੰਗਤ ਕਰੇਗਾ ਤੇ ਤੇਰਾ ਕਰੈਕਟਰ ਮਾੜਾ ਬਣੇਗਾ, ਤੇਰਾ ਜੀਵਨ ਮਾੜਾ ਬਣੇਗਾ। ਇਸ ਲਈ ਧੰਨ ਗੁਰੂ ਅਰਜਨ ਸਾਹਿਬ ਨੇ ਇਸ ਪਾਵਨ ਪੌੜੀ ਦੇ ਵਿੱਚ, ਜਿਹੜੀ 17ਵੀਂ ਅਸ਼ਟਪਦੀ ਦੀ ਲਾਸਟ ਪੌੜੀ ਹੈ, ਉਹਦੇ ਵਿੱਚ ਸਤਿਗੁਰ ਨੇ ਕਿਹਾ ਪਿਆਰਿਆ ਜੇ ਤੂੰ ਮੇਰੀ ਗੱਲ ਨਾਲ ਸਹਿਮਤ ਹੋਵੇਂ ਤੇ ਸੁਣ, ਮਨ ਮੇਰੇ ਤਿਨ ਕੀ ਓਟ ਲੈ। ਮੇਰਿਆ ਮਨਾ, ਜਿਹੜਾ ਮਨੁੱਖ ਰਾਤ ਦਿਨ ਪਰਮਾਤਮਾ ਦੀ ਹਜ਼ੂਰੀ ਦਾ ਰੰਗ ਮਾਣਦਾ ਹੈ,
ਜਿਹੜਾ ਸਾਸ ਗਰਾਸ ਸਿਮਰਦਾ ਹੈ, ਜਿਹੜਾ ਅੰਦਰੋਂ ਬਾਹਰੋਂ ਪਾਕ ਪਵਿੱਤ ਹੈ, ਜਿਹਦਾ ਅੰਦਰਲਾ ਬਾਹਰਾ ਉਹਦੇ ਨਾਲ ਭਿੱਜ ਚੁੱਕਾ ਹੈ, ਜਿਹੜਾ ਆਨੰਦ ਵਿੱਚ ਰਹਿੰਦਾ ਹੈ, ਜਿਹੜਾ ਦੁਨੀਆ ਨੂੰ ਸੱਚ ਨਾਲ ਜੋੜਦਾ ਹੈ, ਜਿਹੜਾ ਕਿਸੇ ਦਾ ਭਲਾ ਕਰਦਾ ਹੈ, ਜਿਹੜਾ ਦੁਨੀਆ ਦੇ ਲੋਕਾਂ ਨੂੰ ਸਿੱਧੇ ਰਸਤੇ ਉੱਤੇ ਪਾਉਂਦਾ ਹੈ, ਜਿਹੜਾ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਸਹਾਈ ਹੁੰਦਾ ਹੈ, ਉਸ ਰੱਬ ਦੇ ਪਿਆਰੇ ਦੀ ਓਟ ਲੈ, ਉਹਦੀ ਸੰਗਤ ਕਰ, ਉਹਦੀ ਸ਼ਰਨ ਪੈ, ਕਿਉਂਕਿ ਉਹ ਜਿਹਦੀ ਸ਼ਰਨ ਪੈ ਚੁੱਕਾ ਹੈ ਉਹ ਤੈਨੂੰ ਵੀ ਉਹਦੀ ਸ਼ਰਨ ਹੀ ਪਾਏਗਾ। ਆਪਾਂ ਜੁੜੇ ਕਿਹਨਾਂ ਦੇ ਨਾਲ? ਬਿਜ਼ਨਸਮੈਨ ਬਾਬਿਆਂ ਦੇ ਨਾਲ। ਆਪਾਂ ਜੁੜੇ ਹਾਂ ਬਿਜ਼ਨਸਮੈਨ ਲੋਕਾਂ ਦੇ ਨਾਲ, ਜਿਹੜੇ ਧੰਦਾ ਕਰਦੇ ਨੇ, ਜਿਹੜੇ ਵਪਾਰੀ ਨੇ, ਬਿਜ਼ਨਸਮੈਨ ਨੇ। ਆਪਾਂ ਉਹਨਾਂ ਦੇ ਨਾਲ ਜੁੜੇ ਹਾਂ। ਆਪਾਂ ਇਹ ਸੋਚਦੇ ਹਾਂ ਵੀ ਸ਼ਾਇਦ ਇਹਨਾਂ ਨੇ ਸਾਡਾ ਪਾਰ ਉਤਾਰਾ ਕਰਨਾ। ਜਿਨ੍ਹਾਂ ਦਾ ਆਪ ਪਾਰ ਉਤਾਰਾ ਸਰਕਾਰਾਂ ਕਰ ਰਹੀਆਂ ਨੇ, ਉਹ ਤੁਹਾਡਾ ਪਾਰ ਉਤਾਰਾ ਕਿੱਦਾਂ ਕਰਨਗੇ? ਦੱਸੋ ਕਿਵੇਂ ਕਰਨਗੇ? ਜਿਨ੍ਹਾਂ ਦਾ ਪਾਰ ਉਤਾਰਾ ਸਰਕਾਰਾਂ ਕਰਦੀਆਂ ਨੇ, ਉਹ ਤੁਹਾਡਾ ਪਾਰ ਉਤਾਰਾ ਕਿੱਦਾਂ ਕਰਨਗੇ? ਜਿਨ੍ਹਾਂ ਦੇ ਪੱਲੇ ਆਪਣੇ ਕੱਖ ਵੀ ਨਹੀਂ, ਉਹ ਤੁਹਾਡਾ ਪਾਰ ਉਤਾਰਾ ਕਿੱਦਾਂ ਕਰਨਗੇ? ਉਹਨਾਂ ਦੇ ਪੱਲੇ ਕੁਝ ਵੀ ਨਹੀਂ ਸਿਵਾਏ ਮਹਿੰਗੇ ਮਹਿੰਗੇ ਡੇਰਿਆਂ ਤੋਂ, ਮਹਿੰਗੀਆਂ ਗੱਡੀਆਂ ਤੋਂ, ਵੱਡੇ ਵੱਡੇ ਬਿਜ਼ਨਸਾਂ ਤੋਂ, ਕੱਖ ਵੀ ਨਹੀਂ। ਉਹ ਬਿਜ਼ਨਸਮੈਨ ਬਣੇ ਨਹੀਂ, ਬਣਾਏ ਗਏ। ਤੁਸੀਂ ਬਣਾਇਆ, ਤੁਸੀਂ ਰੋਂਦੇ ਰਹੇ, ਉਹ ਤਰੱਕੀਆਂ ਕਰ ਗਏ। ਪ੍ਰੋਬਲਮ ਇਹ ਹੈ, ਇੱਥੇ ਪ੍ਰੋਬਲਮ ਖੜੀ ਹੁੰਦੀ। ਆਖੇ ਜੀ ਆਪਾਂ ਜਾਣਾ ਜੀ ਬਾਬੇ ਦੇ ਡੇਰੇ, ਸਾਡਾ ਜੀ ਗੁਰੂ ਲੱਗਦਾ ਉਹ। ਅਸੀਂ ਆਪਣੇ ਘਰ ਵਿੱਚ ਕਮਰਾ ਵੀ ਬਣਾਇਆ, ਰੋਟੀ ਖਾਣ ਤੋਂ ਪਹਿਲਾਂ ਉਹਨੂੰ ਰੋਟੀ ਖਵਾਉਂਦੇ ਹਾਂ, ਚਾਹ ਪਿਲਾਉਣ ਤੋਂ ਪਹਿਲਾਂ ਉਹਨੂੰ ਚਾਹ ਪਿਲਾਉਂਦੇ ਹਾਂ, ਫਿਰ ਆਪਾਂ ਜੂਠੀ ਰੋਟੀ ਖਾਂਦੇ, ਫਿਰ ਆਪਾਂ ਜੂਠੀ ਚਾਹ ਪੀਂਦੇ, ਦੁੱਧ ਪੀਣ ਤੋਂ ਪਹਿਲਾਂ ਉਹਦੇ ਕਮਰੇ 'ਚ ਲੈ ਕੇ ਜਾਂਦੇ, ਉਹਨੂੰ ਭੋਗ ਲਵਾਉਂਦੇ ਹਾਂ। ਕਮਾਲ ਦੀ ਗੱਲ ਹੈ। ਕਿਤੇ ਗੁਰਦੁਆਰੇ ਜਾ ਕੇ ਕਦੀ ਮੱਥਾ ਨਹੀਂ ਟੇਕਿਆ। ਇਹੋ ਜਿਹੇ ਕੰਮਾਂ ਵਿੱਚ ਆਪਾਂ ਪਏ। ਸਾਡੇ ਆਪਣੇ ਜਿਹੜੇ ਬਹੁਤ ਸਾਰੇ ਲੋਕ ਹੈ ਇਹਨਾਂ ਚੱਕਰਾਂ 'ਚ ਪਏ। ਕੀ ਸਮਝਾਈਏ? ਆਖੇ ਜੀ ਬਾਬੇ ਨੇ ਸੇਵਾ ਲਾਈ ਝੋਨਾ ਕੱਟਣਾ। ਬਾਬਾ ਆਪ ਸਾਹਮਣੇ ਮੰਜੇ ਤੇ ਬੈਠਾ ਹੈ, ਤੁਹਾਡੇ ਕੋਲੋਂ ਝੋਨਾ ਕਟਾ ਰਿਹਾ। ਅਗਲਾ ਉਹਨੇ ਆਪਣੇ ਭਈਆਂ ਦੀ ਜਿਹੜੀ ਸੀ ਨਾ ਉਹ ਦਿਹਾੜੀ ਬਚਾ ਲਈ। ਝੋਨਾ ਤੁਹਾਡੇ ਕੋਲੋਂ ਕਟਾਇਆ, ਝੋਨਾ ਤੁਹਾਡੇ ਕੋਲੋਂ ਲਵਾਇਆ, ਕਣਕ ਤੁਹਾਡੇ ਕੋਲੋਂ ਲਵਾਈ, ਕਣਕ ਤੁਹਾਡੇ ਕੋਲੋਂ ਕਟਾਈ। ਲੇਕਿਨ ਉਹ ਝੋਨਾ, ਉਹ ਕਣਕ ਗਈ ਕਿੱਥੇ? ਬਾਬੇ ਦੇ ਆਪਣੇ ਖਾਤੇ 'ਚ, ਜਿਹਨੂੰ ਗੁਰੂ ਬਣਾ ਕੇ ਬਹਿ ਗਏ ਹੋ। ਗੁਰੂ ਨਾਨਕ ਸਾਹਿਬ ਤਾਂ 18 ਸਾਲ ਖੁਦ ਖੇਤੀ ਕਰਦੇ ਰਹੇ। ਉਹਨਾਂ ਨੇ ਖੇਤੀ ਕਰਵਾਈ ਨਹੀਂ, ਸਗੋਂ ਕਰਨ ਦੀ ਜਾਚ ਦੱਸੀ, ਮਿਹਨਤ ਕਰਨ ਦੀ ਜਾਚ ਦੱਸੀ। ਤੁਹਾਡਾ ਉਹਨਾਂ ਨੇ ਹੱਕ ਨਹੀਂ ਮਾਰਿਆ। ਇੱਥੇ ਤਾਂ ਗੱਲਾਂ ਹੀ ਉਲਟ ਹੈ। ਨਦੀਨ ਤੁਹਾਤੋਂ ਕਢਾਉਂਦੇ ਨੇ, ਉਹ ਫੁੱਲਾਂ ਦੀ ਬਿਜਾਈ ਤੁਹਾਡੇ ਕੋਲੋਂ ਕਰਾਉਂਦੇ ਨੇ, ਸੇਵਾ ਦੇ ਨਾਂ 'ਤੇ ਟੋਕਰੀਆਂ ਤੁਹਾਨੂੰ ਚੁਕਾਉਂਦੇ ਨੇ। ਜਿਨ੍ਹਾਂ ਨੇ ਘਰ ਦੇ ਵਿੱਚ ਸੱਸ ਸਹੁਰੇ ਦੀ ਸੇਵਾ ਨਹੀਂ ਨਾ ਕੀਤੀ ਹੁੰਦੀ, ਉਹ ਉੱਥੇ ਬਿਆਸ ਵਿੱਚ ਜਾ ਕੇ ਸਿਰ 'ਤੇ ਟੋਕਰੀਆਂ ਚੱਕੀਆਂ ਹੁੰਦੀਆਂ ਨੇ। ਸ਼ਾਮ ਨੂੰ ਆ ਕੇ ਬਾਅਦ ਵਿੱਚ ਉਹ ਫਿਰ ਰੀੜ੍ਹ ਦੀ ਹੱਡੀ ਦੁੱਖਦੀ ਹੁੰਦੀ ਹੈ ਅਤੇ ਸੇਕ ਲਵਾ ਕੇ ਬੀਬੀਆਂ ਸੌਂਦੀਆਂ ਨੇ। ਜਿਨ੍ਹਾਂ ਨੇ ਕਦੇ ਗਲੀ ਵਿੱਚ ਝਾੜੂ ਤੱਕ ਨਾ ਮਾਰਿਆ ਹੋਵੇ, ਉੱਥੇ ਫਿਰ ਉਹ ਦੇਹ ਤੇਰੇ ਦੀ ਉਹ ਜਿੱਦ ਲੱਗੀ ਹੁੰਦੀ ਵੀ ਮੈਂ ਜ਼ਿਆਦਾ ਸੇਵਾ ਕਰਨੀ, ਮੈਂ ਬਾਬੇ ਨੂੰ ਜ਼ਿਆਦਾ ਖੁਸ਼ ਕਰਨਾ। ਬਾਅਦ 'ਚ ਭਾਵੇਂ 7 ਦਿਨ ਬੁਖਾਰ ਹੀ ਨਾ ਉਤਰੇ। ਇਸ ਗੁਰੂ ਨੇ ਕਿਤੇ ਇੱਦਾਂ ਦਾ ਥੋੜ੍ਹੀ ਕੰਮ ਦਿੱਤਾ। ਇਹ ਤਾਂ ਤੁਹਾਨੂੰ ਤਾਂ ਵਰਤ ਗਏ ਨੇ, ਤੁਹਾਨੂੰ ਵਰਤ ਗਏ ਨੇ ਉਹ। ਲੇਕਿਨ ਆਪਾਂ ਵਰਤੇ ਜਾ ਰਹੇ। ਆਪਾਂ ਜੀ ਜਾਣਾ ਜੀ ਉੱਥੇ ਸੇਵਾ ਜਾ ਕੇ ਕਰਨੀ, ਬਾਅਦ 'ਚ ਕਈ ਦਿਨ ਬੁਖਾਰ ਹੀ ਨਹੀਂ ਉਤਰਦਾ, ਕਈ ਦਿਨ ਬਿਮਾਰ ਪਏ ਰਹਿੰਦੇ ਮੰਜੇ 'ਤੇ। ਆਖੇ ਜੀ ਬਿਮਾਰ ਹੋ ਗਏ, ਕੀ ਹੋਇਆ ਜੀ? ਆਪਾਂ ਨਾ ਕਾਰ ਸੇਵਾ 'ਤੇ ਗਏ ਹੋਏ ਸੀ, ਧਾਮ ਗਏ ਸੀ ਜੀ, ਮੰਦਰ ਗਏ ਸੀ ਜੀ, ਉਹ ਨਾਮ ਰੱਖੇ ਆਪੋ ਆਪਣੀ ਜਗ੍ਹਾ 'ਤੇ, ਡੇਰੇ ਗਏ ਸੀ ਜੀ। ਬਾਅਦ 'ਚ ਡਾਕਟਰਾਂ ਦੇ ਕੋਲ ਜਾ ਕੇ ਫੀਸਾਂ ਭਰਦੇ ਰਹਿੰਦੇ। ਬਾਬਾ ਤਾਂ ਆਨੰਦ ਲੈ ਗਿਆ, ਤੁਹਾਨੂੰ ਵਰਤ ਗਿਆ। ਸੋ ਧਿਆਨ ਨਾਲ ਸੁਣਨ ਵਾਲੀ ਗੱਲ ਹੈ। ਮਨ ਮੇਰੇ ਤਿੰਨ ਕੀ ਓਟ ਲੈ। ਅਸੀਂ ਉਹਨਾਂ ਦੇ ਕੋਲ ਨਹੀਂ ਬਹਿਣਾ ਜਿਹੜੇ ਆਪ ਬਿਜ਼ਨਸਮੈਨ ਹੈ। ਅਸੀਂ ਉਹਨਾਂ ਦੀ ਸੰਗਤ ਕਰਨੀ ਜਿਹੜੇ ਖੁਦ ਜੁੜੇ ਹੋਏ ਹੈ, ਜਿਨ੍ਹਾਂ ਨੇ ਸਾਨੂੰ ਜੋੜਨਾ, ਨਾ ਕਿ ਸਾਨੂੰ ਉਹਨਾਂ ਨੇ ਵਰਤਣਾ। ਵਰਤਣ ਵਾਲਿਆਂ ਦੇ ਕੋਲ ਨਾ ਜਾਇਆ ਕਰੋ। ਮਨ ਤਨ ਆਪਣਾ, ਆਪਣਾ ਤਨ ਅਤੇ ਮਨ ਤਿੰਨ ਜਨ ਦੇ ਉਹਨਾਂ ਰੱਬ ਦੇ ਪਿਆਰੇ ਨੂੰ ਅਰਪਣ ਕਰ। ਭਾਵ ਕਿ ਉਹਨਾਂ ਦੀ ਸੰਗਤ ਕਰ, ਤਾਂ ਕਿ ਤੇਰਾ ਮਨ ਵੀ ਜੁੜਿਆ ਰਹੇ, ਤੇਰਾ ਤਨ ਵੀ ਜੁੜਿਆ ਰਹੇ। ਜਿਨ ਜਨ ਆਪਣਾ ਪ੍ਰਭੂ ਪਛਾਤਾ। ਜਿਨ੍ਹਾਂ ਨੇ ਪਿਆਰੇ ਪ੍ਰਮਾਤਮਾ ਨੂੰ ਪਛਾਣ ਲਿਆ, ਜਿਨ੍ਹਾਂ ਨੇ ਪਿਆਰੇ ਨੂੰ ਪਛਾਣ ਲਿਆ, ਜਿਨ੍ਹਾਂ ਨੂੰ ਉਹਦੀ ਪਛਾਣ ਹੋ ਗਈ। ਸੋ ਜਨ ਸਰਬ ਥੋਕ ਕਾ ਦਾਤਾ। ਉਹ ਦਾਤੇ ਨਾਲ ਜੁੜ ਕੇ ਸਾਰੀਆਂ ਦਾਤਾਂ ਦੇਣ ਦੇ ਸਮਰੱਥ ਹੋ ਜਾਂਦਾ। ਭਾਵ ਦਾਤੇ ਨਾਲ ਜੁੜਦਾ ਤੇ ਸਾਨੂੰ ਵੀ ਨਾਮ ਦੀ ਦਾਤ, ਸੰਤੋਖ ਦੀ ਦਾਤ, ਦਇਆ ਦੀ ਦਾਤ, ਗੁਣਾਂ ਦੀ ਦਾਤ ਦੁਆਰਾ ਨਵਾਜਦਾ ਰਹਿੰਦਾ। ਸਾਨੂੰ ਉਸ ਸੱਚੇ ਦਾਤੇ ਨਾਲ ਜੋੜਦਾ, ਕੱਚੀਆਂ ਪਿੱਲਿਆਂ ਨਾਲ ਨਹੀਂ ਜੁੜਦਾ। ਤਿਸ ਕੀ ਸ਼ਰਨ ਸਰਬ ਸੁਖ ਪਾਵੇਂ। ਉਹਦੀ ਸ਼ਰਨ ਵਿੱਚ ਪੈ ਕੇ ਹੀ ਹੈ ਮੇਰੇ ਮਨਾ ਤੂੰ ਸਾਰੇ ਸੁੱਖ ਪਾਏਗਾ। ਜਿਹੜਾ ਜੁੜਿਆ, ਭਾਵ ਕਿ ਇੱਥੇ ਗੱਲ ਹੈ ਗੁਰੂ ਦੀ, ਇੱਥੇ ਗੱਲ ਹੈ ਸਤ ਸੰਗਤ ਦੀ। ਪਖੰਡੀਆਂ ਦੇ ਕੋਲ ਬਹਿਣ ਦੀ ਗੱਲ ਨਹੀਂ ਜੇ, ਯਾਦ ਰੱਖਿਓ। ਤਿਸ ਕੈ ਦਰਸ਼, ਉਹਦੇ ਦਰਸ਼ਨ ਕਰਨ ਨਾਲ ਸਭ ਪਾਪ ਮਿਟਾਵੇਂ, ਸਾਰੇ ਪਾਪ ਖਤਮ ਹੋਣਗੇ।
ਸਾਰੇ ਪਾਪ ਖਤਮ ਹੋਣਗੇ। ਭਾਵ ਮਾੜੀ ਸੰਗਤ ਕਰੇਗਾ ਤੇ ਮਾੜਾ ਹੀ ਬਣੇਗਾ, ਚੰਗਿਆਂ ਦੀ ਸੰਗਤ ਕਰੇਗਾ ਤੇ ਨੈਚੁਰਲੀ ਗੱਲ ਹੈ ਕਿ ਤੇਰੇ ਅੰਦਰ ਚੰਗਾਈ ਆਏਗੀ, ਤੂੰ ਭਲੇ ਪਾਸੇ ਨੂੰ ਜੁੜੇਗਾ। ਅਵਰ ਸਿਆਣਪ ਸਗਲੀ ਛਾੜ, ਸਾਰੀ ਚਤੁਰਾਈ ਛੱਡ ਦੇ ਪਿਆਰਿਆ, ਤਿਸ ਜਨ ਕੀ ਤੂੰ ਸੇਵਾ ਲਾਗ, ਰੱਬ ਦੇ ਪਿਆਰੇ ਦੀ ਸੇਵਾ ਵਿੱਚ ਜੁਟ, ਭਾਵ ਕੇ ਉਹਦੀ ਸੰਗਤ ਵਿੱਚ ਜੁੜ, ਤੈਨੂੰ ਉਹ ਚੰਗੇ ਪਾਸੇ ਲਾਏ। ਆਵਣ ਜਾਣ ਨਾ ਹੋਵੀ ਤੇਰਾ, ਇਸ ਤਰ੍ਹਾਂ ਤੇਰਾ ਜੰਮਣ ਮਰਨ ਦਾ ਗੇੜ ਖਤਮ ਹੋਏਗਾ, ਭਟਕਣਾ ਖਤਮ ਹੋਏਗੀ। ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ, ਹੇ ਨਾਨਕ ਉਸ ਰੱਬ ਦੇ ਪਿਆਰੇ ਦੇ ਸਦਾ ਪੈਰ ਪੂਜ, ਭਾਵ ਕੇ ਐਸਿਆਂ ਦੀ ਸੰਗਤ ਕਰਨ ਨਾਲ ਜੀਵਨ ਉੱਚਾ ਸੁੱਚਾ ਬਣਦਾ ਹੈ। ਹੁਣ ਇਹਦੇ ਵਿੱਚ ਜਿਹੜੀ ਕਿ 17ਵੀਂ ਅਸ਼ਟਪਦੀ ਦੀ ਅਖੀਰਲੀ ਪੌੜੀ ਆਪ ਜੀ ਨੇ ਸਰਵਣ ਕੀਤੀ, ਇਹਦੇ ਵਿੱਚ ਸਤਿਗੁਰੂ ਨੇ ਦੇਖੋ ਸਭ ਕੁਝ ਹੀ ਕਹਿ ਦਿੱਤਾ ਔਰ ਸਭ ਕੁਝ ਹੀ ਸਮਝਾ ਦਿੱਤਾ ਸਾਨੂੰ। ਸਮਝਣਾ ਨਾ ਸਮਝਣਾ ਇਹ ਤਾਂ ਸਾਡੀ ਗੱਲ ਹੈ ਨਾ, ਵੀ ਆਪਾਂ ਮਨ ਨੂੰ ਚੰਗੇ ਪਾਸੇ ਲਾਉਂਦੇ ਕਿ ਜਾਂ ਨਹੀਂ ਲਾਉਂਦੇ, ਕਿ ਜਾਂ ਆਪਾਂ ਅਜੇ ਵੀ ਭਟਕਣਾ 'ਚ ਪੈ ਰਹਿਣਾ, ਕਿ ਜਾਂ ਆਪਾਂ ਅਜੇ ਵੀ ਆਸੇ ਪਾਸੇ ਤੁਰੇ ਫਿਰਨਾ। ਨਹੀਂ, ਫਿਰ ਮੈਂ ਅਖੀਰ 'ਚ ਕਹਿ ਦੇਵਾਂ, ਜਿਹੜੇ ਆਪ ਸਿਗਰਟਾਂ ਬੀੜੀਆਂ ਦੇ ਚੱਕਰਾਂ 'ਚ ਪਏ ਹੈ, ਉਹਨਾਂ ਨੇ ਤੁਹਾਡੇ ਧੀਆਂ ਪੁੱਤਾਂ ਨੂੰ ਅੰਮ੍ਰਿਤਧਾਰੀ ਨਹੀਂ ਬਣਾਉਣਾ, ਉਹਨਾਂ ਨੇ ਵੀ ਸਿਗਰਟਾਂ ਬੀੜੀਆਂ ਪੀਣ ਦੇ ਹੀ ਕੰਮ ਲਾਉਣਾ ਹੈ। ਨਾ ਭੇਜੋ ਉੱਥੇ ਆਪਣੇ ਬੱਚਿਆਂ ਨੂੰ, ਆਪਣੇ ਧੀਆਂ ਪੁੱਤਾਂ ਨੂੰ। ਯਾਦ ਰੱਖਿਓ, ਜਿਹੜੇ ਡੇਰਿਆਂ 'ਚ ਧੀਆਂ ਚੜ੍ਹਾਈਆਂ ਜਾ ਰਹੀਆਂ ਹੋਣ, ਸਮਝ ਕੇ ਸੋਚ ਕੇ ਚੱਲੋ, ਉੱਥੇ ਧੀਆਂ ਕੁੜੀਆਂ ਕਿਉਂ ਚੜ੍ਹਾਈਆਂ ਜਾਂਦੀਆਂ ਨੇ? ਕਦ ਬਾਬੇ ਵਾਸਤੇ? ਕਿੰਨਾ ਵਾਸਤੇ ਚੜ੍ਹਾਈਆਂ ਜਾਂਦੀਆਂ ਨੇ? ਸੋਚਿਓ, ਸਮਝਿਓ, ਵਿਚਾਰਿਓ। ਗੁਰੂ ਗ੍ਰੰਥ ਸਾਹਿਬ ਤੁਹਾਨੂੰ ਇਹ ਸਾਰੀ ਗੰਦਗੀ 'ਚੋਂ ਕੱਢਦਾ ਹੈ। ਗੁਰੂ ਗ੍ਰੰਥ ਸਾਹਿਬ ਤੁਹਾਨੂੰ ਇਹਨਾਂ ਸਾਰੇ ਕੰਮਾਂ 'ਚੋਂ ਕੱਢਦਾ ਹੈ। ਇਹ ਨਿੰਦਿਆ ਨਹੀਂ ਹੈ, ਇਹ ਸਿਆਣਪ ਨਾਲ ਤੁਰਨ ਦੀ ਗੱਲ ਹੈ, ਸਮਝ ਕੇ ਚੱਲਣ ਦੀ ਗੱਲ ਹੈ। ਸਾਡੀਆਂ ਧੀਆਂ, ਸਾਡੇ ਬੱਚੇ, ਸਾਡੇ ਪਰਿਵਾਰ ਕਿਉਂ ਰੋਲੇ ਨੇ, ਕਿਉਂ ਖਤਮ ਹੋਏ ਨੇ? ਕਿਉਂਕਿ ਅਸੀਂ ਚੰਗਿਆਂ ਦੀ ਸੰਗਤ ਦੀ ਬਜਾਏ ਮਾੜਿਆਂ ਦੀ ਸੰਗਤ ਕੀਤੀ ਹੈ, ਉਲਟ ਪਾਸੇ ਗਏ। ਫਿਰ ਆਪਾਂ ਕਹਿੰਦੇ ਜੀ ਉਹ ਤਾਂ ਗੁਰਬਾਣੀ ਦੀ ਕਥਾ ਕਰਦੇ। ਜੇ ਉਹਨਾਂ ਨੂੰ ਇੰਨਾ ਹੀ ਚਾਅ ਚੜ੍ਹਿਆ ਗੁਰਬਾਣੀ ਦੀ ਕਥਾ ਕਰਨ ਦਾ, ਤਾਂ ਫਿਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਕਿਉਂ ਨਹੀਂ ਜੋੜ ਰਹੇ, ਆਪਣੇ ਨਾਲ ਕਿਉਂ ਜੋੜਦੇ ਨੇ? ਨਹੀਂ, ਜੇ ਤੁਹਾਨੂੰ ਚਾਅ ਹੈ ਗੁਰੂ ਗ੍ਰੰਥ ਸਾਹਿਬ ਦੀ ਕਥਾ ਸੁਣਦਾ, ਤੇ ਗੁਰਦੁਆਰਿਆਂ 'ਚ ਹੀ ਨਿੱਤ ਹੁੰਦੀ, ਉੱਥੇ ਸੁਣੋ। ਪਰ ਨਹੀਂ, ਉੱਥੇ ਨਹੀਂ। ਤੁਹਾਡੇ ਪਿੰਡਾਂ ਦੇ ਗੁਰਦੁਆਰਿਆਂ 'ਚ ਸੇਵਾ ਕਰਨ ਦੀ ਬਹੁਤ ਜਗ੍ਹਾ ਹੁੰਦੀ, ਉੱਥੇ ਸੇਵਾ ਕਰੋ। ਆਪਣੇ ਮਨ ਨੂੰ ਉੱਥੇ ਜੋੜ ਕੇ ਰੱਖੋ ਪਿਆਰਿਓ। ਜੇ ਤਰਨਾ ਭਵਜਲ ਤੋਂ, ਜੇ ਤਰਨਾ ਦੁਨੀਆ ਤੋਂ, ਜੇ ਸੋਹਣਾ ਜੀਵਨ ਬਣਾਉਣਾ, ਫਿਰ ਤਾਂ ਗੁਰੂ ਗ੍ਰੰਥ ਸਾਹਿਬ ਹੀ ਹੈ। ਤੇ ਜੇ ਐਵੇਂ ਗਰਕ ਕਰਨਾ ਜੀਵਨ ਨੂੰ, ਤੇ ਜਿੱਥੇ ਮਰਜ਼ੀ ਆਪਣੇ ਆਪ ਨੂੰ ਗਰਕ ਕਰ ਲਓ। ਸੋ ਮੈਂ ਇਤਨੀਆਂ ਹੀ ਬੇਨਤੀਆਂ ਤੁਹਾਨੂੰ ਕਹੂੰਗਾ ਕਿ ਜੋ ਸਤਿਗੁਰੂ ਕਹਿੰਦਾ ਹੈ, ਉਹਨੂੰ ਇੱਕ ਇੱਕ ਸਤਿਗੁਰੂ ਦੇ ਸ਼ਬਦ ਨੂੰ ਅੰਮ੍ਰਿਤ ਕਰਕੇ ਪੀਓ, ਅੰਮ੍ਰਿਤ ਕਰਕੇ ਮੰਨੋ, ਜ਼ਿੰਦਗੀ ਸਫਲ ਬਣੇਗੀ। ਇਤਨੀਆਂ ਬੇਨਤੀਆਂ ਸਵੀਕਾਰ ਕਰਿਓ ਜੀ। 17 ਅਸ਼ਟਪਦੀਆਂ ਇੱਥੇ ਸਮਾਪਤ ਹੁੰਦੀਆਂ ਨੇ। 18ਵੀਂ ਅਸ਼ਟਪਦੀ ਦੀ ਆਪਾਂ ਵਿਚਾਰ ਸਤਿਗੁਰੂ ਨੇ ਕਿਰਪਾ ਕੀਤੀ ਤੇ ਆਉਣ ਵਾਲੇ ਸਮੇਂ 'ਚ ਨਾਲ ਨਾਲ ਕਰਾਂਗੇ। ਸਤਿਗੁਰੂ ਅੱਗੇ ਅਰਦਾਸ ਕਰਿਓ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ, ਜਿਹੜਾ ਕਾਰਜ ਮਹਾਰਾਜ ਨੇ ਆਰੰਭ ਕਰਵਾਇਆ, ਇਹ ਕਾਰਜ ਨੇਪਰੇ ਵੀ ਸਤਿਗੁਰੂ ਚੜ੍ਹਾਏ। ਕਿਉਂਕਿ ਬੜੀ ਆਸ ਹੈ ਸਤਿਗੁਰੂ ਤੇ ਕਿ ਜਿਹੜਾ ਸਤਿਗੁਰੂ 17ਵੀਂ ਮੰਜ਼ਿਲ ਤੱਕ ਲੈ ਕੇ ਆ ਗਿਆ, ਉਹ ਬਾਕੀ ਮੰਜ਼ਿਲਾਂ ਵੀ ਪਾਰ ਕਰਾਏਗਾ। ਇਤਨੀਆਂ ਬੇਨਤੀਆਂ ਸਵੀਕਾਰ ਕਰੋ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।